ਅੱਜ ਦੀ ਇਸ ਵੀਡੀਓ ਦੇ ਅੰਦਰ ਮੈਂ ਆਪਣੇ तमाम ਦੋਸਤਾਂ ਨੂੰ तमाम ਭਰਾਵਾਂ ਨੂੰ 100 ਗੋਲਡਨ ਮਿਸਰੀ ਮੁਰਗੀ ਦੀ ਫੀਜ਼ੀਬਿਲਟੀ ਮੁਕੰਮਲ ਰਿਪੋਰਟ ਕਿ ਉਸ ਤੇ ਖਰਚਾ ਕਿੰਨਾ ਹੁੰਦਾ ਆ, ਉਹ ਸਾਨੂੰ ਪ੍ਰੋਫਿਟ ਕਿੰਨਾ ਦਿੰਦੀ ਆ, ਕਿੰਨੇ ਚਿਰ 'ਚ ਤਿਆਰ ਹੁੰਦੀ ਆ, ਕਿੰਨੀ ਫੀਡ ਲੈਂਦੀ ਆ, ਇਹ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਮੇਰੇ ਨਾਲ ਰਹਿਣਾ। ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਦੇ ਨਾਲ ਹੀ ਮੈਂ ਦੱਸਦਾ ਜਾਵਾਂ ਕਿ ਮੇਰੇ ਭਾਈ ਅਗਰ A ਗ੍ਰੇਡ ਚੂਜ਼ਾ ਅਸੀਂ ਕਿਸੇ ਵੀ ਹੈਚਰੀ 'ਚੋਂ ਪਰਚੇਜ਼ ਕਰਦੇ ਹਾਂ 100 ਤੇ ਉਹ ਤਕਰੀਬਨ ਸਾਨੂੰ ਮਿਲੇਗਾ ਜੀ 7000 ਰੁਪਏ। 7000 ਰੁਪਏ ਦਾ ਚੂਜ਼ਾ ਲੈ ਕੇ ਆਪਣੇ ਘਰ ਉਹਨੂੰ ਵੈਂਟੀਲੇਸ਼ਨ ਵਾਲੀ ਜਗ੍ਹਾ ਤੇ ਛੱਡ ਕੇ ਖੁੱਲੀ ਜਗ੍ਹਾ ਤੇ ਉਹਦੇ ਵਾਸਤੇ ਸਭ ਤੋਂ ਪਹਿਲੇ ਕੰਮ ਇਹ ਕਰਨਾ ਹੈ ਕਿ ਇੱਕ ਬੋਰੀ ਫੀਡ ਜਿਹਨੂੰ ਸਟਾਰਟਰ ਫੀਡ ਆਖਿਆ ਜਾਂਦਾ 14 ਨੰਬਰ ਉਹ ਤੁਸੀਂ ਘਰ ਲੈ ਆਉਣੀ। ਪਹਿਲੇ ਮਹੀਨੇ ਤੁਸੀਂ ਇਹਦੀ ਵੇਖਭਾਲ ਇੰਤਹਾਈ ਨਿਗਹਿਦਾਸ਼ਤ 'ਚ ਰੱਖਣੀ ਆ। ਇਹਨੂੰ ਮਾਮੂਲੀ ਬੁਖਾਰ ਦੀਆਂ ਅਦਵਿਆਤ ਤੇ ਜਰਾਸੀਮ ਕੁਛ ਦਵਾਈਆਂ ਜਿਹੜੀਆਂ ਨੇ ਤੁਹਾਡੇ ਵੈਟਰਨਰੀ ਸਟੋਰ ਤੋਂ ਤੁਹਾਨੂੰ ਮਿਲ ਜਾਣਗੀਆਂ, ਉਹ ਵੀ ਲਾਜ਼ਮੀ ਦੇਣੀਆਂ ਥੋੜ੍ਹੀਆਂ ਥੋੜ੍ਹੀਆਂ। ਉਸ ਤੋਂ ਬਾਅਦ ਜਦੋਂ ਚੂਜ਼ਾ ਤੁਹਾਡਾ 1 ਮਹੀਨੇ ਦਾ ਹੋ ਜਾਵੇ, ਉਹਦੀ ਗਰੋਥ ਮਾਸ਼ਾਅੱਲਾ ਬਿਹਤਰ ਹੋ ਜਾਏਗੀ ਤੇ ਉਹਨੂੰ ਆਹਿਸਤਾ ਆਹਿਸਤਾ ਤੁਸੀਂ ਖੁੱਲੀ ਫਜ਼ਾ ਤੇ ਬਾਹਰ ਕੱਢਣਾ ਸ਼ੁਰੂ ਕਰ ਦੇਣਾ। ਚੂਜ਼ੇ ਨੂੰ ਜਦੋਂ ਖੁੱਲੀ ਫਜ਼ਾ ਤੇ ਜਾਂ ਬਾਹਰ ਖੁੱਲੀ ਜਗ੍ਹਾ ਤੇ ਛੱਡੋਗੇ ਤੁਸੀਂ ਤੇ ਉਹਦੇ ਫੀਡ ਦਾ ਖਰਚਾ ਜਿਹੜਾ ਉਹ ਘੱਟ ਹੋਣਾ ਸ਼ੁਰੂ ਹੋ ਜਾਏਗਾ। ਪਹਿਲੇ ਮਹੀਨੇ ਅਗਰ ਤੁਸੀਂ ਇੱਕ ਬੋਰੀ ਖੁਰਾਕ ਦੀ 14 ਨੰਬਰ ਸਟਾਰਟਰ ਫੀਡ ਦਿੱਤੀ ਆ ਤੇ ਦੂਸਰੇ ਮਹੀਨੇ ਜਿਹੜਾ ਤੁਹਾਡਾ ਚੂਜ਼ਾ ਇੱਕ ਪਾਈਆ ਵਜ਼ਨ ਤੋਂ ਕ੍ਰਾਸ ਕਰ ਜਾਂਦਾ ਤੇ ਉਦੋਂ ਵੀ ਤੁਸੀਂ ਇੱਕ ਬੋਰੀ ਹੀ 14 ਨੰਬਰ ਸਟਾਰਟਰ ਫੀਡ ਜਿਹੜੀ ਆ ਉਹ ਇਸਤੇਮਾਲ ਕਰਾਉਣੀ ਆ। ਉਹਦੇ ਨਾਲ ਮੈਂ ਦੱਸਦਾ ਜਾਂਦਾ ਕਿ ਮੇਰੇ ਭਾਈ ਦੀਗਰ ਕਿਹੜੀਆਂ ਸ਼ੈਵਾਂ ਜਿਹੜੀਆਂ ਨੇ ਉਹ ਸ਼ਾਮਲ ਕਰ ਲੈਣ। ਇੱਕ ਬੋਰੀ ਫੀਡ ਦੇ ਨਾਲ ਨਾਲ ਤੁਹਾਡੇ ਘਰ ਦਾ ਜਿਹੜਾ ਕਿਚਨ ਦਾ ਵੇਸਟ ਆ ਬਚਿਆ ਹੋਇਆ, ਸੁੱਕੀਆਂ ਰੋਟੀਆਂ ਨੇ ਜਾਂ ਕਿਚਨ ਦੇ ਵਿੱਚ ਤੁਸੀਂ ਸਬਜ਼ੀਆਂ ਇਸਤੇਮਾਲ ਕਰ ਰਹੇ, ਉਹਨਾਂ ਸਬਜ਼ੀਆਂ ਦਾ ਜਿਹੜਾ ਬਾਕੀਆਤ ਨੇ ਉਹ ਸਾਰੀਆਂ ਇਹਨਾਂ ਨੂੰ ਖੁੱਲੀ ਜਗ੍ਹਾ ਤੇ ਜਦੋਂ 1 ਘੰਟਾ ਸੁਬਹ ਤੇ 1 ਘੰਟਾ ਸ਼ਾਮੀ ਛੱਡਣਾ ਉਦੋਂ ਇਹਨਾਂ ਨੂੰ ਪਾ ਦੇਣੀਆਂ ਨੇ। ਉਸ ਤੋਂ ਬਾਅਦ ਇਹਦੀ ਉਮਰ ਜਿਹੜੀ ਆ ਤਕਰੀਬਨ ਤੀਸਰੇ ਮਹੀਨੇ 'ਚ ਜਦੋਂ ਚਲੀ ਜਾਂਦੀ ਆ ਉਸ ਟਾਈਮ ਤੁਸੀਂ ਫੀਡ ਦੀ ਇੱਕ ਬੋਰੀ ਐਕਸਟਰਾ ਕਰ ਦੇਣੀ ਆ। ਇੱਕ ਬੋਰੀ ਦੀ ਬਜਾਏ 2 ਬੋਰੀਆਂ ਪਾ ਦੇਣੀਆਂ ਔਰ ਘਰ ਦੇ ਜਿਹੜੇ ਬਾਕੀਆਤ ਨੇ ਸਬਜ਼ੀਆਂ ਦਾ ਬਚਿਆ ਕੁਚਿਆ ਕਚਰਾ ਆ ਜਾਂ ਘਰ ਦੇ ਵਿੱਚ ਜਿਹੜਾ ਤੁਸੀਂ ਰੋਟੀ ਦੇ ਟੁਕੜੇ ਜਾਂ ਛਿਲਕੇ ਵਗੈਰਾ ਫਰੂਟਸ ਦੇ ਬਚਦੇ ਆ ਉਹ ਵੀ ਤੁਸੀਂ ਨਾਲ ਨਾਲ ਇਹਨਾਂ ਨੂੰ ਪਾਈ ਜਾਣੀ। ਉਹਦੇ ਨਾਲ ਇਹਨਾਂ ਨੂੰ ਪਾਣੀ ਦੀ ਕਮੀ ਬਿਲਕੁਲ ਨਹੀਂ ਹੋਣੀ ਚਾਹੀਦੀ। ਇਹਨਾਂ ਨੂੰ OSR ਤੇ ਮਲਟੀਨੈਸ਼ਨਲ ਕੰਪਨੀਜ਼ ਦੇ ਬਹੁਤ ਅੱਛੇ ਅਮਾਈਨੋ ਐਸਿਡ ਤੇ ਦੀਗਰ ਜਿਹੜੇ ਮਰਕਬਾਤ ਮੌਜੂਦ ਹੁੰਦੇ ਨੇ ਉਹ ਇਹਨਾਂ ਨੂੰ ਇਸਤੇਮਾਲ ਕਰਾਉਣੇ ਤਾਂ ਕਿ ਇਹਨਾਂ ਦੀ ਗਰੋਥ ਅੱਛੀ ਹੋਵੇ। ਅਸੀਂ ਇਹਨਾਂ ਤੋਂ ਆਂਡਾ ਲੈਣਾ, ਇਹਨੂੰ ਖੁੱਲੀ ਹਵਾਦਾਰ ਜਗ੍ਹਾ ਤੇ ਛੱਡਣਾ ਤਾਂ ਕਿ ਇਹਨਾਂ 'ਚ ਬਿਮਾਰੀਆਂ ਦਾ ਹਮਲਾ ਬਿਲਕੁਲ ਘੱਟ ਹੋਵੇ ਔਰ ਪਰਿੰਦੇ ਸਾਡੇ ਹਸ਼ਾਸ਼ੋ ਬਸ਼ਾਸ਼ ਹੋਣ ਔਰ ਸਾਨੂੰ ਅੱਛਾ ਪ੍ਰੋਫਿਟ ਦੇ। ਜਿਸ ਟਾਈਮ ਸਾਡਾ ਚੂਜ਼ਾ ਚੌਥੇ ਮਹੀਨੇ 'ਚ ਜਾਣਾ ਉਸ ਟਾਈਮ ਇਹਨੇ ਜ਼ਿਆਦਾ ਫੀਡ ਕੰਜ਼ਿਊਮ ਕਰਨੀ ਆ। ਉਸ ਟਾਈਮ ਅਸੀਂ ਇਹਦੀ ਫੀਡ ਦੀਆਂ 2 ਬੋਰੀਆਂ ਦੇ ਨਾਲ 2 ਬੋਰੀ ਮੱਕੀ ਜਾਂ ਗੰਦਮ ਦਾ ਦਲੀਆ ਵਗੈਰਾ ਮਿਕਸ ਕਰਾਂਗੇ। ਫਾਈਨਲੀ 4 ਮਹੀਨਿਆਂ ਦਾ ਚੂਜ਼ਾ ਹੋਣ ਤੋਂ ਬਾਅਦ ਇਹ ਆਂਡੇ ਦੀ ਪ੍ਰੋਡਕਸ਼ਨ ਦੇਣ ਵਾਸਤੇ ਤਿਆਰ ਹੋ ਜਾਂਦਾ ਅਗਰ ਤੁਸੀਂ ਇਹਦੀ ਪ੍ਰੋਪਰ ਕੇਅਰ ਕੀਤੀ ਹੈ, ਇਹਦੀ ਹਿਫਾਜ਼ਤ ਕੀਤੀ ਹੈ। ਹੁਣ ਆ ਜਾਂਦੇ ਹਾਂ ਦੀ ਇਹਦੇ ਹਿਸਾਬ ਦੀ ਤਰਫ ਕਿ ਅਗਰ 100 ਚੂਜ਼ੇ ਦੀ ਅਸੀਂ ਕੀਮਤ ਲਾਈਏ ਤਾਂ 7000 ਰੁਪਏ। ਪਹਿਲੇ ਮਹੀਨੇ ਦੀ ਫੀਡ 7000 ਰੁਪਏ, ਦੂਸਰੇ ਮਹੀਨੇ ਦੀ ਫੀਡ 2 ਗੱਟੂ 15000 ਰੁਪਏ ਔਰ ਇਸ ਦੇ ਨਾਲ ਨਾਲ ਇਹਨੂੰ ਖੁੱਲੀ ਜਗ੍ਹਾ ਤੇ ਛੱਡ ਕੇ ਸੁੱਕੀ ਰੋਟੀਆਂ ਤੇ ਕਿਚਨ ਦਾ ਵੇਸਟ ਵਗੈਰਾ ਵੀ ਸ਼ਾਮਲ ਕਰਨਾ। ਤੀਸਰੇ ਮਹੀਨੇ ਦੀ ਫੀਡ ਜਿਹੜੀ ਆ 2 ਗੱਟੂ ਫੀਡ 14 ਨੰਬਰ। ਅੱਛਾ, ਉਸ ਦੇ ਨਾਲ ਨਾਲ ਮੱਕੀ ਜਾਂ ਦਲੀਏ ਦੇ 2 ਗੱਟੂ ਵੀ ਇਸਤੇਮਾਲ ਕਰਾਂਗੇ ਤੇ ਇਹ ਤਕਰੀਬਨ ਸਾਨੂੰ ਪੈ ਜਾਏਗੀ 20000 ਰੁਪਏ 'ਚ। ਚੌਥੇ ਮਹੀਨੇ ਦੀ ਫੀਡ ਜਿਹੜੀ ਆ ਉਹਦਾ ਖਰਚਾ ਵੀ ਅਸੀਂ 20000 ਲਾਉਂਦੇ ਹਾਂ ਤੇ ਸਾਡਾ ਕੁੱਲ 100 ਪਰਿੰਦੇ ਤੇ 100 ਮੁਰਗੀ ਤੇ ਖਰਚਾ ਹੁੰਦਾ ਜੀ 64000 ਰੁਪਏ। ਉਸ ਤੋਂ ਬਾਅਦ ਜੀ ਅੱਲਾ ਦਾ ਨਾਮ ਲੈ ਕੇ ਸਾਡੀ ਪ੍ਰੋਡਕਸ਼ਨ ਹੋ ਜਾਂਦੀ ਹੈ ਸਟਾਰਟ ਤੇ ਰਿਜ਼ਕ ਆਉਣਾ ਹੋ ਜਾਂਦਾ ਸ਼ੁਰੂ ਜੀ। ਤੇ ਅਗਰ ਫਰਜ਼ ਕਰੋ 80 ਮੁਰਗੀ ਸਾਡੀ 100 ਚੋਂ ਡੇਲੀ ਆਂਡਾ ਦਿੰਦੀ ਆ ਤੇ ਸਾਡਾ 2500 ਰੁਪਏ ਦਾ ਪਰ ਡੇ ਆਂਡਾ ਸੇਲ ਹੋਣਾ ਸ਼ੁਰੂ ਹੋ ਜਾਂਦਾ। ਤੇ ਅਮੂਮਨ ਸਰਦੀ ਦੇ ਜਿਹੜੇ ਮੰਥ ਹੁੰਦੇ ਆ ਉਹਨਾਂ ਮਹੀਨਿਆਂ 'ਚ ਆਂਡੇ ਦਾ ਰੇਟ 50 ਰੁਪਏ ਤੱਕ ਵੀ ਹੁੰਦਾ। 2500 ਰੁਪਏ ਨੂੰ ਅਗਰ ਮਹੀਨੇ ਦੇ ਨਾਲ ਜ਼ਰਬ ਦੇਵੋ ਤਾਂ ਤਕਰੀਬਨ ਸਾਡਾ 75000 ਰੁਪਇਆ ਮੰਥਲੀ ਆਉਂਦਾ। 75000 ਰੁਪਏ ਮੰਥਲੀ ਨੂੰ ਅਗਰ ਅਸੀਂ 10 ਮਹੀਨੇ ਇਹਨਾਂ ਕੋਲੋਂ ਆਂਡਾ ਲਈਏ ਤਾਂ ਤਕਰੀਬਨ 7.5 ਲੱਖ ਰੁਪਏ ਦੀ ਅਮਾਊਂਟ ਬਣਦੀ ਹੈ। 7.5 ਲੱਖ ਰੁਪਏ 'ਚੋਂ ਅਸੀਂ ਆਪਣੀ ਦੇਸੀ ਤੇ ਕੈਮੀਕਲ ਵਾਲੀ ਫੀਡ ਜਿਹੜੀ ਆ ਉਹ ਇਸਤੇਮਾਲ ਕਰਕੇ ਤੇ ਦੀਗਰ ਘਰ ਦੀਆਂ ਅਸ਼ੀਆ ਜ਼ਰੂਰੀਆਤ ਤੋਂ ਵੱਧ ਜਿਹੜੀਆਂ ਚੀਜ਼ਾਂ ਰੋਟੀਆਂ ਦੇ
ਬਾਕੀਆਤ ਨੇ ਜਾਂ ਸਬਜ਼ੀ ਦੇ ਛਿਲਕੇ ਵਗੈਰਾ ਜਾਂ ਫਰੂਟਸ ਨੇ, ਉਹ ਇਹਨਾਂ ਨੂੰ ਪਾ ਕੇ ਖੁੱਲੀ ਜਗ੍ਹਾ ਤੇ ਛੱਡ ਕੇ ਅਸੀਂ 2 ਲੱਖ ਰੁਪਇਆ ਇਹਨਾਂ ਤੇ ਫੀਡ ਦਾ ਖਰਚਾ ਕਰਦੇ ਹਾਂ, ਤੇ ਬਾਕੀ ਸਾਡੇ ਕੋਲ ਬਚਦਾ ਜੀ 7 ਲੱਖ ਰੁਪਇਆ। ਹੁਣ ਤੁਸੀਂ ਆਖੋਗੇ ਕਿ 7 ਲੱਖ ਰੁਪਇਆ ਸਾਡੇ ਕੋਲ ਕਿਵੇਂ ਬਚ ਗਿਆ? ਭਾਈ ਮੇਰੇ 7.5 ਲੱਖ ਰੁਪਇਆ ਅਗਰ ਇਹਦੇ ਆਂਡੇ ਦਾ 100 ਮੁਰਗੀ ਦਾ ਬਣਦਾ ਹੈ, ਤੇ ਉਹਦੇ ਵਿੱਚੋਂ 2 ਲੱਖ ਰੁਪਇਆ ਫੀਡ ਵਗੈਰਾ ਦੇ ਖਰਚੇ 'ਚ ਕੱਢ ਦਈਏ, ਤੇ ਉਸ ਦੇ ਵਿੱਚ 1.5 ਲੱਖ ਰੁਪਏ ਦੀ ਅਮਾਊਂਟ ਦੀ 1500 ਰੁਪਏ ਅਮਾਊਂਟ ਨਾਲ ਆਂਡੇ ਵਾਲੀ ਮੁਰਗੀ ਮਿਲਦੀ ਹੈ। 1500 ਰੁਪਏ ਤੋਂ ਕਮ ਮੁਰਗੀ ਨਹੀਂ ਮਿਲਦੀ। ਤੇ ਮੇਰੇ ਉਹ ਦੋਸਤ ਜਿਹੜੇ ਬਿਰੋਨੇ ਮੁਲਕ ਸਫ਼ਰ ਕਰਕੇ ਜਾਂਦੇ ਆ, ਵੀਜ਼ੇ ਲੈਂਦੇ ਆ, ਜਾਂ ਉਹਨਾਂ ਕੋਲ ਕੰਮਕਾਰ ਦੇ ਰੋਣੇ ਰੋਂਦੇ ਰਹਿੰਦੇ, ਜਾਂ ਉਹਨਾਂ ਕੋਲ ਕੰਮ ਨਹੀਂ ਹੈਗੇ ਤੇ ਮਿੱਲਾਂ 'ਚ ਧੱਕੇ ਖਾਂਦੇ, ਉਹਨਾਂ ਦੋਸਤਾਂ ਨੂੰ ਮਸ਼ਵਰਾ ਦਾਂਗਾ ਜਿਨ੍ਹਾਂ ਦੇ ਕੋਲ ਛੱਤ 'ਤੇ ਜਗ੍ਹਾ ਮੌਜੂਦ ਹੈ, ਜਾਂ ਜਿਨ੍ਹਾਂ ਕੋਲ ਕੋਈ ਕਮਰਾ ਮੌਜੂਦ ਹੈ, ਜਿਨ੍ਹਾਂ ਦੋਸਤਾਂ ਕੋਲ ਜਾਨਵਰ ਮੌਜੂਦ ਨੇ, ਤੇ ਉਹ ਇਸ ਛੋਟਾ ਜਿਹਾ ਸੈਟਅਪ ਸਿਰਫ 100 ਮੁਰਗੀਆਂ ਪਾਲ ਕੇ ਤੇ ਸਾਲ ਦਾ 10 ਲੱਖ ਰੁਪਇਆ ਆਰਾਮ ਨਾਲ ਕੱਢ ਸਕਦੇ ਨੇ। ਤੇ ਜਨਾਬ, ਅਸੀਂ ਆਪਣੇ ਫਾਰਮ ਤੇ ਐਗਰੀ ਕਿਸਾਨ ਕੋਆਪਰੇਟਿਵ ਪੋਲਟਰੀ ਫਾਰਮ, ਜਿਸ ਦੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ, ਇਸ ਫਾਰਮ ਤੇ 1000 ਮੁਰਗੀ ਰੱਖੀ ਆ, ਔਰ ਇਸ ਦੇ ਵਿੱਚ ਚੰਦ ਦੋਸਤ ਮਿਲ ਕੇ ਅਸੀਂ ਇਹ ਕੰਮ ਕਰ ਰਹੇ ਹਾਂ। ਮਜ਼ੀਦ ਇਸ ਕਾਰੋਬਾਰ ਨੂੰ ਵਧਾਉਣਾ ਚਾਹ ਰਹੇ ਹਾਂ, ਤੇ ਕੋਈ ਦੋਸਤ ਅਗਰ ਕੋਆਪਰੇਟਿਵ ਸਿਸਟਮ ਦੇ ਵਿੱਚ ਸਾਡੇ ਨਾਲ ਇਸ਼ਤਰਾਕ ਕਰਨਾ ਚਾਹਵੇ ਤੇ ਅਸੀਂ ਉਹਨੂੰ ਵੈਲਕਮ ਕਰਾਂਗੇ। ਅਸੀਂ ਮਜ਼ੀਦ ਇਹਨਾਂ ਮੁਰਗੀਆਂ ਦੀ ਤਾਦਾਦ ਨੂੰ ਵਧਾ ਰਹੇ ਹਾਂ, ਔਰ ਆਇੰਦਾ ਆਪਣਾ ਹੈਚਰੀ ਵਾਲਾ ਜਿਹੜਾ ਬਿਜ਼ਨਸ ਆ ਉਹਨੂੰ ਸਟਾਰਟ ਕਰਕੇ, ਤੇ ਛੋਟਾ ਚੂਜ਼ਾ ਜਿਹੜਾ ਪਾਈਆ ਦਾ ਜਾਂ 1.5 ਪਾ ਦਾ ਜਾਂ ਅੱਧਾ ਕਿਲੋ ਦਾ ਸੇਲ ਹੁੰਦਾ ਹੈ, ਤੇ ਉਹ ਵੀ ਅਸੀਂ ਸਟਾਰਟ ਕਰ ਰਹੇ ਹਾਂ ਕਰੀਬ। ਤੇ ਇਸੇ ਦੇ ਨਾਲ ਆਪਣੇ ਭਾਈ, ਆਪਣੇ ਵੀਰ, ਆਪਣੇ ਕਿਸਾਨ ਚੌਧਰੀ ਆਜ਼ਮ ਨੂੰ ਇਜਾਜ਼ਤ ਦਿਓ। ਅੱਜ ਪੰਜਾਬੀ ਵਿਰਜਨ ਦੇ ਵਿੱਚ ਪੰਜਾਬੀ ਲੈਂਗੁਏਜ ਤੁਹਾਡੇ ਨਾਲ ਡਿਸਕਸ ਹੋਈ ਆ, ਔਰ ਉਮੀਦ ਕਰਦਾ ਹਾਂ ਕਿ ਅਗਰ ਤੁਸੀਂ ਮੇਰੀ ਇਹ ਵੀਡੀਓ ਵੇਖੀ ਹੈ ਤੇ ਜ਼ਰੂਰ ਕਾਮਯਾਬ ਤਰੀਨ ਲੋਕਾਂ 'ਚ ਸ਼ਾਮਲ ਹੋ।